मॉर्निंग स्टूडेंट्स। आज का टॉपिक है करैक्टरिस्टिक्स ऑफ मॉडर्न वारफेयर। आधुनिक युद्ध कला ਦੀਆਂ ਵਿਸ਼ੇਸ਼ਤਾਵਾਂ। ਆਧੁਨਿਕ ਯੁੱਧ ਨੂੰ ਨਵੀਨ ਯੁੱਧ ਅਤੇ ਅਜੋਕੀ ਜੰਗ ਵੀ ਕਿਹਾ ਜਾਂਦਾ ਹੈ। ਅਜੋਕੀ ਜੰਗ ਤੋਂ ਭਾਵ ਆਧੁਨਿਕ ਹਥਿਆਰਾਂ ਨਾਲ ਲੜੀ ਜਾਣ ਵਾਲੀ ਲੜਾਈ ਤੋਂ ਹੈ। ਗਿਆਨ ਵਿਗਿਆਨ ਅਤੇ ਤਕਨੀਕੀ ਵਿਕਾਸ ਨਾਲ ਹੋਈਆਂ ਨਵੀਆਂ ਖੋਜਾਂ ਕਾਰਨ ਯੁੱਧ ਲੜਨ ਦੇ ਤਰੀਕਿਆਂ ਅਤੇ ਹਥਿਆਰਾਂ ਦੀ ਬਣਤਰ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹਿੰਦੀ ਹੈ। ਜਿਹੜਾ ਹਥਿਆਰ ਅੱਜ ਨਵਾਂ ਹੈ ਉਸ ਦੀ ਅੱਜ ਬਹੁਤ ਮਹੱਤਤਾ ਹੈ, ਪਰ ਕੁਝ ਸਮੇਂ ਬਾਅਦ ਉਹ ਪੁਰਾਣਾ ਹੋ ਜਾਂਦਾ ਹੈ ਅਤੇ ਉਸ ਦੀ ਥਾਂ ਕੋਈ ਹੋਰ ਨਵੇਂ ਕਿਸਮ ਦੇ ਹਥਿਆਰ ਲੈ ਲੈਂਦੇ ਹਨ। ਜਿਵੇਂ ਪਹਿਲੇ ਮਹਾਯੁੱਧ ਵਿੱਚ ਹਵਾਈ ਜਹਾਜ਼ਾਂ ਦੀ ਵਰਤੋਂ ਕੀਤੀ ਗਈ, ਪਰ ਦੂਜੇ ਮਹਾਯੁੱਧ ਵਿੱਚ ਜੋ ਹਵਾਈ ਸੈਨਾ ਪ੍ਰਯੋਗ ਕੀਤੀ ਗਈ ਉਸ ਵਿੱਚ ਪਹਿਲੇ ਮਹਾਯੁੱਧ ਵਿੱਚ ਵਰਤੇ ਹਵਾਈ ਸੈਨਾ ਨਾਲੋਂ ਜ਼ਮੀਨ ਆਸਮਾਨ ਦਾ ਅੰਤਰ ਸੀ। ਪਰ ਅਜੋਕੇ ਸਮੇਂ ਵਿੱਚ ਦੂਜੇ ਮਹਾਯੁੱਧ ਵਿੱਚ ਵਰਤੇ ਗਏ ਹਵਾਈ ਜਹਾਜ਼ ਦੀ ਕੋਈ ਮਹੱਤਤਾ ਨਹੀਂ, ਕਿਉਂਕਿ ਸਮੇਂ ਦੇ ਨਾਲ ਜਹਾਜ਼ਾਂ ਦਾ ਵਿਕਾਸ ਅਤੇ ਨਵੀਨਕਰਨ ਵੀ ਹੋ ਗਿਆ ਹੈ। ਭਾਵ ਅਸੀਂ ਕਹਿ ਸਕਦੇ ਹਾਂ ਕਿ ਜੋ ਹਥਿਆਰ ਸਾਡੀ ਸੈਨਾ ਕੋਲ ਅੱਜ ਹੈ, ਥੋੜ੍ਹੇ ਚਿਰਾਂ ਬਾਅਦ ਉਸ ਦੀ ਥਾਂ ਨਵੇਂ ਕਿਸਮ ਦੇ ਹਥਿਆਰ ਵੀ ਲੈ ਲੈਣਗੇ। ਹੁਣ ਆਪਾਂ ਗੱਲ ਕਰਾਂਗੇ ਆਧੁਨਿਕ ਯੁੱਧ ਕਲਾ ਦੀਆਂ ਵਿਸ਼ੇਸ਼ਤਾਵਾਂ। ਆਧੁਨਿਕ ਯੁੱਧ ਕਲਾ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣ ਲਈ ਅਸੀਂ ਇਸ ਦੀ ਤੁਲਨਾ ਪੁਰਾਤਨ ਯੁੱਧਾਂ ਨਾਲ ਕਰਾਂਗੇ। ਆਧੁਨਿਕ ਯੁੱਧ ਕਲਾ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਨੰਬਰ 1, ਮੋਡਰਨ ਵਾਰਸ ਆਰ ਵਰਲਡ ਵਾਈਡ, ਜਿਸ ਨੂੰ ਆਧੁਨਿਕ ਜੰਗਾਂ ਵਿਸ਼ਵ ਵਿਆਪੀ ਹਨ ਵੀ ਕਿਹਾ ਜਾ ਸਕਦਾ ਹੈ। ਪੁਰਾਤਨ ਜੰਗਾਂ ਅਤੇ ਆਧੁਨਿਕ ਜੰਗਾਂ ਵਿੱਚ ਮੁੱਖ ਅੰਤਰ ਇਹੀ ਹੈ ਕਿ ਪੁਰਾਤਨ ਜੰਗਾਂ ਇੱਕ ਸੀਮਤ ਇਲਾਕੇ ਵਿੱਚ ਲੜੀਆਂ ਜਾਂਦੀਆਂ ਸਨ, ਜਿਵੇਂ ਅਰਬੇਲਾ ਦੀ ਲੜਾਈ, ਕੈਨਨ ਦੀ ਲੜਾਈ, ਪਾਣੀਪਤ ਦੀ ਲੜਾਈ ਨਾਮਕ ਸਥਾਨਾਂ ਉੱਤੇ ਹੀ ਲੜੀ ਜਾਂਦੀ ਸੀ। ਪਾਣੀਪਤ ਦੀਆਂ ਲੜਾਈਆਂ ਪਾਣੀਪਤ ਦੇ ਮੈਦਾਨ ਵਿੱਚ ਲੜੀਆਂ ਜਾਂਦੀਆਂ ਸਨ, ਅਰਬੇਲਾ ਦੀਆਂ ਲੜਾਈਆਂ ਅਰਬੇਲਾ ਦੇ ਸਥਾਨ ਵਿੱਚ। ਪਰ ਆਧੁਨਿਕ ਜੰਗਾਂ ਜ਼ਰੂਰੀ ਨਹੀਂ ਕਿਸੇ ਸੀਮਤ ਖੇਤਰ ਵਿੱਚ ਲੜੀਆਂ ਜਾਣ, ਸਗੋਂ ਇਹ ਫੈਲਦੀਆਂ ਹਨ। ਜਿਵੇਂ ਪਹਿਲੇ ਮਹਾਯੁੱਧ ਅਤੇ ਦੂਜੇ ਮਹਾਯੁੱਧ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਸੰਸਾਰ ਸਾਧਨਾਂ ਵਿੱਚ ਤਕਨੀਕੀ ਉੱਨਤੀ ਹੋਣ ਨਾਲ ਗਤੀਸ਼ੀਲਤਾ ਵਿੱਚ ਬਹੁਤ ਵਾਧਾ ਹੋਇਆ। ਜਿਹੜਾ ਸਫ਼ਰ ਕਈ ਮਹੀਨਿਆਂ ਵਿੱਚ ਪੂਰਾ ਕੀਤਾ ਜਾਂਦਾ ਸੀ, ਉਹ ਹੁਣ ਕੁਝ ਹੀ ਘੰਟਿਆਂ ਵਿੱਚ ਪੂਰਾ ਕੀਤਾ ਜਾ ਲੱਗਾ। ਪਹਾੜਾਂ, ਦਰਿਆ, ਸਮੁੰਦਰਾਂ ਨੂੰ ਪਾਰ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ, ਪਰ ਹਵਾਈ ਸੈਨਾ ਦੀ ਹੋਂਦ ਦੇ ਆਉਣ ਨਾਲ ਪਹਾੜਾਂ ਅਤੇ ਸਮੁੰਦਰਾਂ ਦੀ ਮਹੱਤਤਾ ਵੀ ਘਟ ਗਈ। ਭਾਰਤ ਵਿੱਚ ਹਿਮਾਲਿਆ ਪਰਬਤ ਅਤੇ ਇਸੇ ਤਰ੍ਹਾਂ ਇਟਲੀ ਵਿੱਚ ਐਲਪਸ ਦੀਆਂ ਪਹਾੜੀਆਂ ਦੁਸ਼ਮਣ ਸਾਹਮਣੇ ਇੱਕ ਪਹਿਰੇਦਾਰ ਵਾਂਗ ਖੜੀਆਂ ਸਨ, ਪਰ ਅਜੋਕੇ ਯੁੱਧ ਵਿੱਚ ਇਹਨਾਂ ਨੂੰ ਪਾਰ ਕਰਨਾ ਸੰਭਵ ਹੋ ਗਿਆ। ਬੇਸ਼ੱਕ ਪਹਾੜੀ ਇਲਾਕੇ ਦੀ ਅੱਜ ਵੀ ਯੁੱਧ ਨੀਤਿਕ ਮਹੱਤਤਾ ਹੈ, ਕਿਉਂਕਿ ਦੁਸ਼ਮਣ ਨੂੰ ਇਸ ਖੇਤਰ ਵਿੱਚ ਸੈਨਿਕ ਕਾਰਵਾਈ ਕਰਨ ਸਮੇਂ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਫਿਰ ਵੀ ਅੱਗੇ ਨਾਲੋਂ ਇਹਨਾਂ ਦੀ ਸੁਰੱਖਿਆ ਪੱਖੋਂ ਉਪਯੋਗਤਾ ਵਿੱਚ ਕਮੀ ਆ ਰਹੀ ਹੈ। ਦੂਰ ਦੁਰਾਡੇ ਲੜ ਰਹੀ ਫੌਜਾਂ ਨੂੰ ਅਸੀਂ ਵਾਇਰਲੈਸ ਟੈਲੀਫੋਨ ਆਦਿ ਦੀ ਮਦਦ ਨਾਲ ਸੁਨੇਹੇ ਭੇਜ ਸਕਦੇ ਹਾਂ ਅਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ। ਅੱਜ ਇੱਕ ਦੇਸ਼ ਦੂਜੇ ਮਿੱਤਰ ਦੇਸ਼ਾਂ ਤੋਂ ਮਦਦ ਲੈ ਸਕਦਾ ਹੈ ਅਤੇ ਗਤੀਸ਼ੀਲਤਾ ਵਿੱਚ ਵਾਧਾ ਹੋਣ ਕਾਰਨ ਇਹ ਮਦਦ ਤੁਰੰਤ ਭੇਜੀ ਜਾ ਸਕਦੀ ਹੈ। ਆਧੁਨਿਕ ਜੰਗਾਂ ਦਾ ਪ੍ਰਭਾਵ ਨਾ ਕੇਵਲ ਲੜ ਰਹੇ ਦੇਸ਼ਾਂ ਉੱਤੇ ਹੁੰਦਾ ਹੈ, ਸਗੋਂ ਸੰਸਾਰ ਦੇ ਦੂਜੇ ਦੇਸ਼ਾਂ 'ਤੇ ਵੀ ਇਸ ਦਾ ਅਸਰ ਪੈਂਦਾ ਹੈ। ਉਦਾਹਰਨ ਦੇ ਤੌਰ 'ਤੇ ਈਰਾਨ ਇਰਾਕ ਜੰਗ ਸਮੇਂ ਤੇਲ ਦੀ ਸਪਲਾਈ ਨੇ ਦੂਜੇ ਦੇਸ਼ਾਂ ਉੱਤੇ ਪ੍ਰਭਾਵ ਪਾਇਆ, ਕਿਉਂਕਿ ਇਹਨਾਂ ਮੱਧ ਪੂਰਬ ਦੇ ਦੇਸ਼ਾਂ ਤੋਂ ਹੀ ਦੂਜੇ ਦੇਸ਼ਾਂ ਨੂੰ ਤੇਲ ਦੀ ਸਪਲਾਈ ਹੁੰਦੀ ਸੀ। ਨੈਕਸਟ, ਮੋਡਰਨ ਵਾਰਸ ਆਰ ਮੈਕਨਾਈਜ਼ਡ। ਮੋਡਰਨ ਵਾਰਸ ਆਰ ਮੈਕਨਾਈਜ਼ਡ ਮੀਨਸ ਆਧੁਨਿਕ ਜੰਗਾਂ ਮਸ਼ੀਨੀ ਹਨ। ਪ੍ਰਾਚੀਨ ਸਮੇਂ ਵਿੱਚ ਮਨੁੱਖ ਘਰੇਲੂ ਤੇ ਖੇਤੀਬਾੜੀ ਦੇ ਸੰਦਾਂ ਨੂੰ ਹੀ ਲੜਾਈ ਦਾ ਕੰਮ ਵਿੱਚ ਵਰਤਦਾ ਸੀ। ਹੌਲੀ ਜੰਗਾਂ ਹਥਿਆਰਾਂ ਜਿਵੇਂ ਤਲਵਾਰ, ਤੀਰ ਕਮਾਨ, ਬਰਛੇ ਆਦਿ ਹੋਂਦ ਵਿੱਚ ਆਏ, ਪਰ ਉਦਯੋਗਿਕ ਕ੍ਰਾਂਤੀ ਆਉਣ ਨਾਲ ਜੰਗਾਂ ਵਿੱਚ ਬਹੁਤ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ। ਜੰਗਾਂ ਮਸ਼ੀਨੀ ਹੋ ਗਈਆਂ, ਭਾਵ ਪਹਿਲਾਂ ਜੰਗਾਂ ਜਿਸਮਾਨੀ ਤਾਕਤ, ਜਾਨਵਰ, ਹਥਿਆਰਾਂ ਨਾਲ ਲੜੀਆਂ ਜਾਂਦੀਆਂ ਸਨ, ਪਰ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਨਵੀਨ ਹਥਿਆਰ ਜਿਵੇਂ ਰਾਈਫਲ, ਮਸ਼ੀਨ ਗਨ, ਪਣਡੁੱਬੀਆਂ, ਸਮੁੰਦਰੀ ਜਹਾਜ਼, ਭਾਫ਼ ਨਾਲ ਚੱਲਣ ਵਾਲੇ ਇੰਜਨ ਆਦਿ ਹੋਂਦ ਵਿੱਚ ਆਏ। ਪਹਿਲੀ ਵੱਡੀ ਜੰਗ ਸਮੇਂ ਟੈਂਕ, ਸੈਨਾ ਅਤੇ ਹਵਾਈ ਜਹਾਜ਼ ਦੀ ਵਰਤੋਂ ਨੇ ਜੰਗ ਦਾ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ।
ਆਧੁਨਿਕ ਯੁੱਗ ਵਿੱਚ ਪਰਮਾਣੂ ਬੰਬ, ਹਾਈਡਰੋਜਨ ਬੰਬ, ਮਿਜ਼ਾਈਲਾਂ ਆਦਿ ਹੋਂਦ ਵਿੱਚ ਆ ਗਈਆਂ ਹਨ। ਆਵਾਜਾਈ ਅਤੇ ਸੰਸਾਰ ਸਾਧਨਾਂ ਵਿੱਚ ਵੀ ਬਹੁਤ ਉੱਨਤੀ ਹੋਈ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਆਧੁਨਿਕ ਜੰਗਾਂ ਉਹ ਦੇਸ਼ ਹੀ ਸਫਲਤਾ ਨਾਲ ਲੜ ਸਕਦਾ ਹੈ ਜੋ ਦੇਸ਼ ਤਕਨੀਕੀ ਤੌਰ 'ਤੇ ਉੱਨਤ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਹੋਵੇ। JFC ਫੁੱਲਰ ਨੇ ਠੀਕ ਹੀ ਕਿਹਾ ਹੈ, ਜਿੱਤ ਦਾ ਰੱਥ ਵੱਡੇ ਉਦਯੋਗਾਂ ਨਾਲ ਤੁਰਦਾ ਹੈ, ਨਾ ਕਿ ਵੱਡੀਆਂ ਫੌਜਾਂ ਨਾਲ। ਨੈਕਸਟ, ਮੋਡਰਨ ਵਾਰਸ ਆਰ ਟੋਟਲ। ਆਧੁਨਿਕ ਜੰਗਾਂ ਪੂਰਨ ਹਨ। ਬੇਸ਼ੱਕ ਅਮਰੀਕਾ ਦੀ ਘਰੇਲੂ ਜੰਗ ਸਮੇਂ ਜੰਗਾਂ ਦੀ ਪੂਰਨ ਵਿਚਾਰਧਾਰਾ ਦੀ ਸ਼ੁਰੂਆਤ ਹੋਈ, ਪਰ ਇਹ ਵਿਚਾਰ ਪਹਿਲੇ ਮਹਾਯੁੱਧ ਸਮੇਂ ਹੀ ਪੂਰੀ ਤਰ੍ਹਾਂ ਉੱਭਰ ਕੇ ਸਾਹਮਣੇ ਆਇਆ, ਜਦੋਂ ਸੈਨਿਕ ਟਿਕਾਣਿਆਂ ਅਤੇ ਨਾਗਰਿਕ ਟਿਕਾਣਿਆਂ ਵਿੱਚ ਕੋਈ ਅੰਤਰ ਨਾ ਰਿਹਾ। ਪੁਰਾਤਨ ਜੰਗਾਂ ਸਿਰਫ ਫੌਜਾਂ ਵਿਚਕਾਰ ਹੀ ਲੜੀਆਂ ਜਾਂਦੀਆਂ ਸਨ। ਆਮ ਜਨਤਾ ਨੂੰ ਇਹਨਾਂ ਦੀ ਲਪੇਟ ਵਿੱਚ ਨਹੀਂ ਸੀ ਲਿਆ ਜਾਂਦਾ ਅਤੇ ਉਸ ਸਮੇਂ ਜੰਗਾਂ ਦੇ ਕੁਝ ਨਿਯਮ ਅਤੇ ਕਾਨੂੰਨ ਵੀ ਬਣਾਏ ਜਾਂਦੇ ਸਨ। ਜਿਵੇਂ ਰਾਤ ਹੋਣ 'ਤੇ ਲੜਾਈ ਬੰਦ ਕਰ ਦਿੱਤੀ ਜਾਂਦੀ ਸੀ। ਔਰਤਾਂ, ਬੱਚਿਆਂ ਅਤੇ ਬੁੱਢਿਆਂ ਨੂੰ ਕੁਝ ਨਹੀਂ ਸੀ ਕਿਹਾ ਜਾਂਦਾ। ਪਰ ਆਧੁਨਿਕ ਜੰਗਾਂ ਵਿੱਚ ਮੁੱਖ ਨਿਸ਼ਾਨਾ ਜਿੱਤ ਪ੍ਰਾਪਤ ਕਰਨਾ ਹੁੰਦਾ ਹੈ ਅਤੇ ਵਿਰੋਧੀ ਦੀ ਲੜਨ ਦੀ ਇੱਛਾ ਨੂੰ ਖਤਮ ਕਰਨਾ ਹੁੰਦਾ ਹੈ। ਇਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਆਪਣੇ ਵਿਰੋਧੀ ਦੇ ਨਾਗਰਿਕ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਵੇ ਅਤੇ ਦੁਸ਼ਮਣ ਦੇਸ਼ ਵਿੱਚ ਡਰ, ਘਬਰਾਹਟ ਪੈਦਾ ਕੀਤੀ ਜਾਵੇ। ਜਰਨੈਲ ਸਟੈਰਮਨ ਪਹਿਲਾ ਜਰਨੈਲ ਸੀ ਜਿਸ ਨੇ ਜੰਗਾਂ ਪੂਰਨ ਹੋਣ ਦੀ ਵਿਚਾਰਧਾਰਾ ਉੱਤੇ ਪੂਰੀ ਤਰ੍ਹਾਂ ਅਮਲ ਕੀਤਾ। ਉਸ ਨੇ ਜਾਰਜੀਆ ਉੱਪਰ ਕਬਜ਼ਾ ਕਰਨ ਸਮੇਂ ਕਿਹਾ ਸੀ, ਅਸੀਂ ਨਾ ਕੇਵਲ ਵੈਰੀ ਫੌਜ ਨਾਲ ਲੜ ਰਹੇ ਹਾਂ, ਸਗੋਂ ਵੈਰੀ ਦੀ ਜਨਤਾ ਨਾਲ, ਅਤੇ ਸਾਨੂੰ ਹਰ ਬੁੱਢੇ, ਜਵਾਨ, ਅਮੀਰ ਅਤੇ ਗਰੀਬ ਨੂੰ ਜੰਗ ਦੇ ਖਤਰਨਾਕ ਰੂਪ ਬਾਰੇ ਮਹਿਸੂਸ ਕਰਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਸਿਰਿਲ ਫਾਲ ਨੇ ਲਿਖਿਆ ਹੈ, ਪੂਰਨ ਜੰਗ ਦਾ ਸਿਧਾਂਤ ਲੜਾਈ ਦੇ ਰਸਮੀ ਐਲਾਨ ਤੇ ਨਿਰਪੱਖਤਾ ਦੀ ਪਰਵਾਹ ਨਹੀਂ ਕਰਦਾ। ਇਹ ਮਾਰੂ ਤੇ ਹਰ ਕਿਸਮ ਦੀਆਂ ਗੈਸਾਂ ਦੀ ਵਰਤੋਂ, ਬਾਰੂਦੀ ਸੁਰੰਗਾਂ ਨੂੰ ਵਿਛਾਉਣਾ ਅਤੇ ਚੇਤਾਵਨੀ ਦਿੱਤੇ ਬਿਨਾਂ ਯਾਤਰੀ ਜਹਾਜ਼ ਦੇ ਬੰਬਾਰੀ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸਦਾ ਮੁੱਖ ਹਥਿਆਰ ਸ਼ਹਿਰੀ ਟਿਕਾਣਿਆਂ 'ਤੇ ਰਾਤ ਨੂੰ ਹਵਾਈ ਬੰਬਾਰੀ ਕਰਨਾ ਹੈ। ਇਹ ਜੰਗ ਦੇ ਸਮੇਂ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ। ਪੂਰਨ ਜੰਗ ਦੀ ਰਾਏ ਹੈ ਕਿ ਨਾਗਰਿਕਾਂ ਤੇ ਬੰਬਾਰੀ ਤੋਂ ਬਿਨਾਂ ਦੁਸ਼ਮਣ ਦੀ ਲੜਨ ਦੀ ਇੱਛਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਦੂਜੇ ਮਹਾਯੁੱਧ ਵਿੱਚ ਜਦੋਂ ਅਮਰੀਕਾ ਨੇ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ ਤਾਂ ਇਸ ਨਾਲ ਜੰਗਾਂ ਪੂਰਨ ਹੋਣ ਦਾ ਪੂਰਾ ਸਬੂਤ ਸਾਹਮਣੇ ਆ ਗਿਆ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਅਜੋਕੀਆਂ ਜੰਗਾਂ ਪੂਰਨ ਹਨ। ਇਸ ਲਈ ਹਰ ਇੱਕ ਦੇਸ਼ ਦੇ ਨਾਗਰਿਕਾਂ ਦਾ ਫਰਜ਼ ਹੈ ਕਿ ਉਹ ਇਹਨਾਂ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹਿਣ। ਨੈਕਸਟ, ਮਾਡਰਨ ਵਾਰਸ ਆਰ ਐਕਸਪੈਂਸ਼ਨ ਇਨ ਸਾਈਜ਼ ਆਫ ਆਰਮਡ ਫੋਰਸ। ਫੌਜਾਂ ਦੀ ਗਿਣਤੀ ਵਿੱਚ ਵਾਧਾ। ਜਾਗੀਰਦਾਰੀ ਪ੍ਰਣਾਲੀ ਸਮੇਂ ਤਾਂ ਸਥਾਈ ਫੌਜ ਨਹੀਂ ਰੱਖੀ ਜਾਂਦੀ ਸੀ। ਇਹ ਰਿਵਾਜ ਸ਼ਾਹੀ ਖਾਨਦਾਨ ਸਮੇਂ ਸ਼ੁਰੂ ਹੋਇਆ। ਸੈਨਿਕਾਂ ਦੀ ਗਿਣਤੀ ਵੀ ਬਹੁਤ ਘੱਟ ਸੀ ਅਤੇ ਕਈ ਵਾਰ ਲੜਾਈ ਸਮੇਂ ਭਾੜੇ ਦੇ ਸੈਨਿਕ ਇਕੱਠੇ ਕਰ ਲਏ ਜਾਂਦੇ ਸਨ। ਪੂਰੇ ਯੂਰਪ ਵਿੱਚ ਫੌਜਾਂ ਦੀ 30,000 ਤੋਂ ਥੱਲੇ ਹੀ ਰਹਿ ਗਏ ਸਨ। ਇਸ ਤੋਂ ਵਾਧਾ 17ਵੀਂ ਸਦੀ ਵਿੱਚ ਹੋਇਆ ਅਤੇ ਇਹਨਾਂ ਦੀ ਗਿਣਤੀ ਵੱਧ ਕੇ 60,000 ਤੱਕ ਪਹੁੰਚ ਗਈ। ਪਰ ਫੌਜਾਂ ਦੀ ਗਿਣਤੀ ਵਿੱਚ ਵਾਧਾ ਨੈਪੋਲੀਅਨ ਦੇ ਸਮੇਂ ਤੋਂ ਹੀ ਸ਼ੁਰੂ ਹੋਇਆ, ਕਿਉਂਕਿ ਨੈਪੋਲੀਅਨ ਨੇ ਵੱਡੀਆਂ ਫੌਜਾਂ ਰੱਖਣ ਅਤੇ ਫੌਜਾਂ ਨੂੰ ਸਿਖਲਾਈ ਦੇਣ ਉੱਤੇ ਜ਼ੋਰ ਦਿੱਤਾ। ਨੈਪੋਲੀਅਨ ਨੇ ਲਗਭਗ 2 ਲੱਖ ਦੀ ਫੌਜ ਰੱਖੀ ਹੋਈ ਸੀ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਦੇਸ਼ਾਂ ਨੇ ਆਪਣੀਆਂ ਫੌਜਾਂ ਦੀ ਗਿਣਤੀ ਵਧਾਉਣ ਵੱਲ ਧਿਆਨ ਦਿੱਤਾ। 1937 ਤੱਕ ਸਥਾਈ ਫੌਜਾਂ ਦੀ ਗਿਣਤੀ ਤਕਰੀਬਨ 80 ਲੱਖ ਤੱਕ ਪਹੁੰਚ ਗਈ। ਇਹ ਕੁੱਲ ਆਬਾਦੀ ਵਿੱਚੋਂ ਪ੍ਰਤੀ 1000 4 ਸੈਨਿਕ ਸਨ। ਦੂਜੇ ਮਹਾਯੁੱਧ ਤੋਂ ਬਾਅਦ ਅਮਰੀਕਾ, ਰੂਸ, ਚਾਈਨਾ ਨੇ ਆਪਣੀਆਂ ਸੈਨਾਵਾਂ ਵਿੱਚ ਵਾਧਾ ਕੀਤਾ। ਚੀਨ ਕੋਲ ਵਰਤਮਾਨ ਸਮੇਂ ਵਿੱਚ 40 ਲੱਖ ਤੋਂ ਵੱਧ ਫੌਜ ਹੈ। ਨੈਕਸਟ, ਮਾਡਰਨ ਵਾਰਸ ਆਰ ਐਕਸਪੈਂਸਿਵ। ਆਧੁਨਿਕ ਜੰਗਾਂ ਖਰਚੀਲੀਆਂ ਹਨ। ਆਧੁਨਿਕ ਜੰਗਾਂ ਨੇ ਖਰਚ ਵਿੱਚ ਬਹੁਤ ਵਾਧਾ ਹੋਇਆ ਕਿਉਂਕਿ ਹਰ ਇੱਕ ਦੇਸ਼ ਵੱਡੀਆਂ ਫੌਜਾਂ ਰੱਖਦਾ ਹੈ। ਇਸ ਕਾਰਨ ਫੌਜਾਂ ਨੂੰ ਤਨਖਾਹ ਦੇਣ ਉੱਤੇ, ਸਿਖਲਾਈ ਦੇਣ ਅਤੇ ਨਵੀਨ ਹਥਿਆਰਾਂ ਨਾਲ ਲੈਸ ਕਰਨਾ ਬਹੁਤ ਹੀ ਖਰਚਾਪੂਰਨ ਸਨ।
ਪੁਰਾਤਨ ਸਮੇਂ ਵਿੱਚ ਨਾ ਤਾਂ ਹਥਿਆਰ ਹੀ ਮਹਿੰਗੇ ਸਨ ਅਤੇ ਨਾ ਹੀ ਸਾਰੇ ਸੈਨਿਕਾਂ ਨੂੰ ਤਨਖਾਹ ਹੀ ਦਿੱਤੀ ਜਾਂਦੀ ਸੀ। ਸੈਨਾ ਦੀ ਗਿਣਤੀ ਵੀ ਘੱਟ ਹੁੰਦੀ ਸੀ ਅਤੇ ਇਹਨਾਂ ਨੂੰ ਭਾੜੇ ਤੇ ਰੱਖਿਆ ਜਾਂਦਾ ਸੀ। ਸੈਨਿਕਾਂ ਨੂੰ ਫੌਜ ਵਿੱਚ ਕੰਮ ਕਰਨ ਬਦਲੇ ਫਸਲ ਵਿੱਚ ਹਿੱਸਾ ਜਾਂ ਜ਼ਮੀਨ ਦੇ ਕੋਈ ਟੁਕੜਾ ਵੀ ਦੇ ਦਿੱਤਾ ਜਾਂਦਾ ਸੀ। ਉਸ ਸਮੇਂ ਸਥਾਈ ਸੈਨਾ ਰੱਖਣ ਦਾ ਘੱਟ ਹੀ ਰਿਵਾਜ ਸੀ, ਪਰ ਆਧੁਨਿਕ ਹਥਿਆਰ ਬਹੁਤ ਹੀ ਮਹਿੰਗੇ ਹਨ। ਉਦਾਹਰਨ ਤੌਰ ਤੇ ਇੱਕ ਲੜਾਕੂ ਹਵਾਈ ਜਹਾਜ਼ ਦੀ ਕੀਮਤ 20 ਕਰੋੜ ਰੁਪਏ ਦੇ ਕਰੀਬ ਹੈ। ਇੱਕ ਨਵੀਨ ਕਿਸਮ ਦੇ ਟੈਂਕ 5 ਕਰੋੜ ਤੋਂ ਲਗਭਗ ਹੈ। ਇਸ ਕਾਰਨ ਹਰ ਇੱਕ ਦੇਸ਼ ਨੂੰ ਆਪਣਾ ਵੱਧ ਤੋਂ ਵੱਧ ਰੱਖਿਆ ਬਜਟ ਰੱਖਣਾ ਪੈਂਦਾ ਹੈ। ਆਧੁਨਿਕ ਜੰਗਾਂ ਦਾ ਖਰਚਾ ਗਰੀਬ ਦੇਸ਼ਾਂ ਦੀ ਆਰਥਿਕ ਹਾਲਤ ਉੱਤੇ ਮਾੜਾ ਅਸਰ ਪਾਉਂਦਾ ਹੈ। ਇੱਕ ਪਾਸੇ ਹਰ ਰੋਜ਼ ਪੂਰੇ ਸੰਸਾਰ ਵਿੱਚ ਇੱਕ ਅੰਦਾਜ਼ੇ ਅਨੁਸਾਰ 1,37,000 ਲੋਕ ਭੁੱਖੇ ਮਰ ਰਹੇ ਹਨ, ਪਰ ਦੂਜੇ ਪਾਸੇ ਸੰਸਾਰ ਦੇ ਦੇਸ਼ 81.8 ਬਿਲੀਅਨ ਹਥਿਆਰ ਅਤੇ ਹੋਰ ਫੌਜੀ ਸਾਜੋ ਸਮਾਨ ਉੱਤੇ ਖਰਚ ਕਰ ਰਹੇ ਹਨ। ਨੈਕਸਟ, ਮਾਡਰਨ ਵਾਰਸ ਆਰ ਬਲਿਟਸ। ਆਧੁਨਿਕ ਜੰਗਾਂ ਬਲਿਟਸ ਮੀਨਸ ਬਹੁਤ ਹੀ ਤੇਜ਼ੀ ਨਾਲ ਹਨ। ਦੂਜੇ ਮਹਾਯੁੱਧ ਦੇ ਸ਼ੁਰੂ ਵਿੱਚ ਜਰਨੈਲ ਗੁਡੇਰੀਅਨ ਨੇ ਇੱਕ ਨਵੇਂ ਜੰਗੀ ਚਾਲਾਂ ਦੀ ਵਰਤੋਂ ਕੀਤੀ, ਜਿਸ ਨੂੰ ਬਲਿਟਜ਼ਕ੍ਰੀਗ ਦਾ ਨਾਂ ਦਿੱਤਾ ਗਿਆ। ਉਸ ਦਾ ਭਾਵ ਹੈ ਕਿ ਬਹੁਤ ਹੀ ਤੇਜ਼ੀ ਨਾਲ ਹਮਲਾ ਕਰਨਾ। 1939 ਵਿੱਚ ਗੁਡੇਰੀਅਨ ਨੇ ਪੋਲੈਂਡ ਉੱਤੇ ਆਪਣੀ ਹਵਾਈ ਸੈਨਾ, ਟੈਂਕ ਸੈਨਾ ਅਤੇ ਪ੍ਰੋਪੋਗੰਡੇ ਦੀ ਮਦਦ ਨਾਲ ਬਹੁਤ ਹੀ ਤੇਜ਼ੀ ਨਾਲ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ। ਬਲਿਟਜ਼ ਸੈਨਿਕ ਕਾਰਵਾਈ ਦੀ ਸਫਲਤਾ ਦੇ ਮੁੱਖ 3 ਪਹਿਲੂ ਹਨ: ਗਤੀਸ਼ੀਲਤਾ, ਅਚਾਨਕ ਹਮਲਾ ਅਤੇ ਵਧੀਆ ਹਥਿਆਰ। ਨੈਕਸਟ,